ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਤੀਜਾ। ਹਰਿ ਜੀ ਸੱਚਾ ਸਚ ਤੂੰ, ਸਭ ਕਿਛ ਤੇਰੇ ਚੀਰੈ। ਲੱਖ 84 ਤਰਸ ਦੇ ਫਿਰੇ, ਬਿਨ ਗੁਰ ਭੇਟੇ ਪੀਰੈ। ਹਰਿ ਜੀਉ ਬਖਸ਼ੇ ਬਖਸ਼ ਲੈ, ਸੁਖ ਸਦਾ ਸਰੀਰੈ। ਗੁਰ ਪ੍ਰਸਾਦੀ ਸੇਵ ਕਰੀ, ਸਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤਿ ਨਾਮ ਸਲਾਹੀਐ। ਦੂਜਾ ਅਵਰ ਨ ਕੋਏ, ਮਨ ਮੇਰੇ ਨਾਮ ਰਤੇ ਸੁਖ ਹੋਏ। ਗੁਰਮਤਿ ਨਾਮ ਸਲਾਹੀਐ, ਦੂਜਾ ਅਵਰ ਨ ਕੋਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਤੇਜੋ ਨੰਦਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 38 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਪਵਿੱਤਰ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਹਰਿ ਜੀਉ ਸੱਚਾ ਸੱਚ ਤੂੰ, ਹੇ ਪਰਿਪੂਰਨ ਪਰਮੇਸ਼ਰ ਪਰਮਾਤਮਾ, ਤੂੰ ਸਦਾ ਹੀ ਸੱਚ ਹੈ। ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੈ। ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਤੂੰ ਹਮੇਸ਼ਾ ਸੱਚ ਹੈ, ਸਭ ਕੁਛ ਤੇਰਾ ਚੀਰੈ। ਚੀਰਾ ਪੁਰਾਣਾ ਸ਼ਬਦ ਹੈ ਸਾਡਾ, ਚਿੱਠੀ ਚੀਰਾ। ਚੀਰੇ ਦਾ ਮਤਲਬ ਹੈ ਹੁਕਮ। ਤੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਤੇਰੇ ਹੀ ਹੁਕਮ ਦੇ ਅੰਦਰ ਵਿੱਚ ਬੱਝੀ ਹੋਈ ਹੈ। ਜਿਹਨੂੰ ਚਾਹੇ ਬਖਸ਼ ਲਏ। ਇੱਕ ਨਾ ਕਈਆਂ ਦੇ ਉੱਤੇ ਤੇਰੀ ਬਖਸ਼ਿਸ਼ ਹੁੰਦੀ ਹੈ ਤੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਜ਼ਮੀਨ ਕੁਰੰਗਾ। ਇਹਨਾਂ ਟੇਢੀਆਂ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ। ਤਾਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਹਨ। ਫਰਮਾਨ ਕਿ ਆਓ ਉਸ ਸੱਚ ਦੇ ਨਾਲ ਜੁੜੀਏ ਜੋ ਸਦਾ ਸੱਚ ਹੈ। ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਦੇ ਮਹਾਵਾਕ ਅਨੁਸਾਰ ਜੋ ਸਦਾ ਸੱਚ ਹੈ ਔਰ ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਹਰਿ ਜੀਉ ਸੱਚਾ ਸੱਚ ਤੂੰ, ਤੂੰ ਸਦਾ ਸੱਚ ਹੈ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੀ ਦੁਨੀਆ ਤੇਰੇ ਹੁਕਮ ਅੰਦਰ ਹੈ। और
ਕਾਇਆ ਰੂਪੀ ਚਿੱਠੀ ਦੇ ਅੰਦਰ ਤੇਰਾ ਹੀ ਚੀਰਾ ਭਾਵ ਹੁਕਮ ਚੱਲਦਾ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਰਹਿਣਾ ਵੀ ਉਹਦੇ ਹੁਕਮ 'ਚ ਰਹਿਣਾ ਹੀ ਹੈ, ਕਿਉਂਕਿ ਜੋ ਹੁਕਮ ਮੰਨਦਾ ਹੈ ਉਹ ਹੀ ਡਰਦਾ ਹੈ, ਜਿਹੜਾ ਹੁਕਮ ਨਹੀਂ ਮੰਨਦਾ ਉਹ ਡਰਦਾ ਨਹੀਂ। ਤੇ ਜਿਹੜਾ ਡਰਦਾ ਨਹੀਂ ਤੇ ਉਹਦੇ ਬਾਰੇ ਫਿਰ ਅਗਲੀ ਪੰਕਤੀ ਵਿੱਚ ਲਿਖਦੇ ਆ, 184 ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ, ਜਿਹੜੇ ਬਿਨਾਂ ਗੁਰੂ ਪੀਰ ਤੋਂ ਜੀਵਨ ਬਤੀਤ ਕਰਦੇ ਹਨ 84 ਲੱਖ, ਉਹ ਤੇਰੇ ਡਰ ਵਿੱਚ ਨਹੀਂ ਆਏ, ਤੇਰੇ ਹੁਕਮ ਵਿੱਚ ਨਹੀਂ ਆਏ, ਤੇ ਉਹ ਫਿਰ ਤਰਸਦੇ ਦੁਖੀ ਹੁੰਦੇ ਫਿਰਦੇ ਆ, ਭਟਕਦੇ ਫਿਰਦੇ ਆ ਸੰਸਾਰ ਦੇ ਵਿੱਚ, ਤੇਰੀ ਪ੍ਰਾਪਤੀ ਲਈ ਤਰਸਦੇ ਫਿਰਦੇ ਆ, ਪਰ ਗੁਰੂ ਪੀਰ ਵਾਲੇ ਨਹੀਂ ਬਣਦੇ। ਜਿਸ ਤਰ੍ਹਾਂ ਗੁਰੂ ਪਿਆਰਿਓ, ਇੱਕ ਫਕੀਰ ਹੋਇਆ ਹਿੰਦੂ ਮਤ ਵਿੱਚ, ਉਸ ਦਾ ਪੁੱਤਰ ਜਿਸ ਦੀ ਬੜੀ ਤਪੱਸਿਆ ਸੀ, ਬੜੀ ਸਾਧਨਾ ਸੀ, ਮਾਨੋ ਉਸਨੇ ਅਮਰ ਕਥਾ ਵੀ ਸੁਣੀ ਹੋਈ ਸੀ, ਜਿਸ ਦਾ ਨਾਮ ਇਤਿਹਾਸ ਵਿੱਚ ਸੁਖਦੇਵ ਮੁਨੀ ਕਰਕੇ ਆਇਆ। ਜਿਵੇਂ ਉਹਨਾਂ ਦੇ ਵੇਦਾਂ ਦੀ ਕਥਾ ਹੈ, ਕਹਾਣੀ ਹੈ, ਬਈ ਇੱਕ ਦਿਨ ਪਾਰਵਤੀ ਮਹਾਦੇਵ ਨੂੰ ਕਹਿੰਦੀ, ਤੈਨੂੰ ਅਮਰ ਕਥਾ ਪਤਾ, ਮੈਨੂੰ ਸੁਣਾ। ਉਹਨੇ ਜਿੱਦ ਕੀਤੀ, ਉਹਨੇ ਸੁਣਾਉਣੀ ਸ਼ੁਰੂ ਕੀਤੀ, ਪਰ ਕਥਾ ਸੁਣਦਿਆਂ ਸੁਣਦਿਆਂ ਉਹ ਸੌਂ ਗਈ। ਜਿਸ ਤਰ੍ਹਾਂ ਕਈ ਸਤਸੰਗ ਵਿੱਚ ਬੈਠੇ ਬੈਠੇ ਸੌਂ ਜਾਂਦੇ ਆ, ਨੀਂਦ ਆ ਜਾਂਦੀ ਹੈ, ਇੱਥੇ ਆ ਕੇ ਆਤਮਾ ਨੂੰ ਸ਼ਾਂਤੀ ਆਉਂਦੀ ਹੈ, ਬੰਦਾ ਸੁਚੇਤ ਨਹੀਂ ਹੁੰਦਾ ਤੇ ਨੀਂਦ ਆ ਜਾਂਦੀ ਹੈ, ਤੇ ਜਦੋਂ ਸਮਾਪਤੀ ਹੋ ਜਾਂਦੀ ਹੈ ਉਦੋਂ ਜਾਗ ਖੁੱਲ੍ਹਦੀ ਹੈ, ਫਿਰ ਪਤਾ ਹੀ ਨਹੀਂ ਲੱਗਦਾ ਕੀ ਟੱਪ ਗਿਆ। ਉਹ ਸੌਂ ਗਈ ਤੇ ਕਹਿੰਦੇ ਉਸੇ ਦਰਖਤ ਦੇ ਉੱਪਰ ਕੋਈ ਤੋਤਾ ਬੈਠਾ ਸੀ। ਪਹਿਲਾਂ ਇਹਨੇ ਹੁੰਗਾਰਾ ਭਰਿਆ ਹੂੰ ਕਰਕੇ, ਤੇ ਇਹਦੀ ਹੂੰ ਨੂੰ ਤੋਤੇ ਨੇ ਰਿਪੀਟ ਕਰਨਾ ਸ਼ੁਰੂ ਕੀਤਾ। ਇਹ ਸੌਂ ਗਈ, ਉਹ ਹੂੰ ਕਰੀ ਗਿਆ, ਉਹ ਧਿਆਨ ਜੋੜ ਕੇ ਕਥਾ ਸੁਣਾਉਂਦਾ ਰਿਹਾ। ਤੇ ਜਦੋਂ ਪੂਰੀ ਕਥਾ ਸੁਣਾ ਦਿੱਤੀ, ਸਮਾਪਤੀ ਹੋ ਗਈ, ਕਹਿਣ ਲੱਗਿਆ ਸੁਣ ਲਈ। ਜਦ ਧਿਆਨ ਖੋਲ ਕੇ ਦੇਖਿਆ, ਉਹ ਤਾਂ ਅੜਿੰਗ ਬੜਿੰਗ ਹੋਈ ਪਈ ਹੈ, ਸੁੱਤੀ ਪਈ ਹੈ। ਫਿਰ ਹੁੰਗਾਰਾ ਕੌਣ ਭਰਦਾ ਸੀ? ਧਿਆਨ ਗਿਆ ਵੀ ਇੱਕ ਤੋਤੇ ਦਾ ਬੱਚਾ ਜਿਹੜਾ ਉੱਪਰ ਬੈਠਾ ਹੈ, ਉਹ ਹੁੰਗਾਰਾ ਭਰਦਾ ਰਿਹਾ। ਹੁਣ ਮਹਾਦੇਵ ਨੂੰ ਡਰ ਪੈਦਾ ਹੋ ਗਿਆ ਵੀ ਯਾਰ ਮੈਨੂੰ ਅਮਰ ਕਰਨ ਦੀ ਡਿਊਟੀ ਥੋੜ੍ਹਾ ਲਾਈ ਆ, ਪਰਮੇਸ਼ਰ ਨੇ ਮੇਰੀ ਡਿਊਟੀ ਜੀਵਾਂ ਨੂੰ ਮਾਰਨ 'ਤੇ ਲਾਈ ਹੋਈ ਆ, ਤੇ ਇਹ ਤਾਂ ਤੋਤੇ ਦਾ ਬੱਚਾ ਅਮਰ ਕਥਾ ਸੁਣ ਗਿਆ, ਅਮਰ ਹੋ ਜਾਣਾ ਇਸ ਨੇ। ਉਹਨੂੰ ਮਾਰਨ ਵਾਸਤੇ ਮਗਰ ਭੱਜਿਆ ਕਹਿੰਦੇ, ਤੇ ਉਹ ਸਰੀਰ ਛੱਡ ਕੇ ਕਿਸੇ ਰਿਸ਼ੀ ਦੇ ਘਰ ਬੱਚਾ ਹੋਣ ਵਾਲਾ ਸੀ, ਰਿਸ਼ੀ ਬਿਆਸ ਦੇ ਘਰ, ਉਸ ਦੀ ਘਰਵਾਲੀ ਦੇ ਬੱਚਾ ਹੋਣ ਵਾਲਾ ਸੀ। ਇਹਨੇ ਸਰੀਰ ਛੱਡ ਕੇ ਰੂਹ ਨੇ ਉੱਥੇ ਪ੍ਰਵੇਸ਼ ਕਰ ਲਿਆ। ਸ਼ਿਵ ਜੀ ਕਹਿੰਦੇ ਉਹਨਾਂ ਦੇ ਬਾਰ ਦੇ ਵਿੱਚ ਮਹਾਦੇਵ ਧੂਣਾ ਲਾ ਕੇ ਬਹਿ ਗਿਆ, ਕਹਿੰਦੇ ਕੋਈ ਨਹੀਂ, ਜਿੱਦੇ ਪੈਦਾ ਹੋ ਗਿਆ ਉਦੇ ਮਾਰੂੰਗਾ ਤੈਨੂੰ। ਪਰ ਇੱਧਰ ਇਹਦੇ ਸਾਥੀ ਜਿਹੜੇ ਬਰਮਾ ਵਿਸ਼ਨੂੰ ਵਰਗੇ ਆ, ਉਹ ਇਹਨੂੰ ਲੈਣ ਵਾਸਤੇ ਗਏ ਵੀ ਇੱਥੇ ਕਿਉਂ ਬੈਠਾ। ਕਹਿਣ ਲੱਗੇ ਆਹ ਗੱਲ ਹੋ ਗਈ। ਕਹਿੰਦੇ ਭਲਿਆ ਉਹ ਕਥਾ ਹੀ ਸੁਣ ਗਿਆ, ਹੁਣ ਤਾਂ ਉਹ ਅਮਰ ਹੋ ਗਿਆ, ਹੁਣ ਤੂੰ ਕਿਵੇਂ ਮਾਰੇਗਾ, ਚੱਲ ਚੱਲੀਏ, ਜੋ ਹੋ ਗਿਆ ਹੋ ਗਿਆ। ਉਹਨੂੰ ਉਠਾ ਲਿਆਏ। ਫਿਰ ਸੁਖਦੇਵ ਮੁਨੀ ਦਾ ਜਨਮ ਹੋਇਆ। ਜਨਮ ਹੋਣ ਤੋਂ ਬਾਅਦ ਇਹ ਸਤਸੰਗ ਵਿੱਚ ਬਹਿੰਦਾ ਹੈ, ਆਪਾਂ ਸਾਰੇ ਬਹਿੰਦੇ ਹਾਂ। ਸਤਸੰਗ ਵਿੱਚ ਆਉਣਾ ਸਫਲ ਹੈ, ਪਰ ਗੁਰੂ ਵਾਲਾ ਬਣਨਾ ਇਸ ਤੋਂ ਵੀ ਜ਼ਰੂਰੀ ਆ। ਦੇਖੋ ਹੁਣ ਉਸਨੇ ਕਹਿੰਦੇ ਅਮਰ ਕਥਾ ਸੁਣੀ, ਸਤਸੰਗ ਵੀ ਕਰਦਾ ਹੈ,
ਰੋਜ਼ਾਨਾ ਬਿਆਸ ਰਿਸ਼ੀ ਦਾ ਪੁੱਤਰ ਵੀ ਹੈ, ਜਿਵੇਂ ਕੋਈ ਵੱਡੇ ਜਥੇਦਾਰ ਦਾ ਸਿੱਖ ਦਾ ਬੱਚਾ ਹੋਵੇ, ਪਰ ਜੇ ਉਹ ਰਹਿਤ ਮਰਜ਼ਾਦਾ ਵਿੱਚ ਨਹੀਂ ਆਉਂਦਾ ਤੇ ਫਿਰ ਗੁਰੂ ਪ੍ਰਵਾਨ ਥੋੜ੍ਹਾ ਕਰਦਾ ਉਸ ਨੂੰ ਵੀ ਸਿੱਖ ਦਾ ਮੁੰਡਾ, ਚੱਲ ਕੋਈ ਗੱਲ ਨਹੀਂ, ਬਿਲਕੁਲ ਨਹੀਂ। ਇਸੇ ਤਰ੍ਹਾਂ ਹੀ ਪਰਮੇਸ਼ਰ ਸਭ ਦੀ ਜ਼ਿੰਦਗੀ ਆਪੋ ਆਪਣੀ ਹੈ, ਸਭ ਨੇ ਆਪੋ ਆਪਣਾ ਨਾਮ ਜਪਣਾ ਹੈ, ਆਪੋ ਆਪਣਾ ਗੁਰੂ ਧਾਰਨ ਕਰਨਾ ਹੈ। ਸਭ ਦੀ ਜ਼ਿੰਦਗੀ ਆਪੋ ਆਪਣੀ ਹੈ, ਸੰਸਾਰ ਨਾਲ ਲੈਣ ਦੇਣ ਦੇ ਸੰਬੰਧ ਹੈ ਕੇਵਲ। ਤਾਂ ਹੁਣ ਕੀ ਹੋਇਆ, ਇਹ ਜੇ ਸਤਸੰਗ ਵਿੱਚ ਜਾ ਕੇ ਬਹਿੰਦਾ ਹੈ ਤੇ ਉੱਥੋਂ ਜਦ ਉੱਠ ਕੇ ਚਲਿਆ ਜਾਂਦਾ ਹੈ ਨਾ, ਊਂ ਤਾਂ ਇਹਨੂੰ ਕੋਈ ਕੁਛ ਕਹਿੰਦਾ ਨਹੀਂ ਵੀ ਯਾਰ ਬਿਆਸ ਰਿਸ਼ੀ ਦਾ ਮੁੰਡਾ, ਹੁਣ ਇਹਨੂੰ ਕੀ ਕਹੀਏ। ਪਰ ਜਾਣ ਤੋਂ ਬਾਅਦ ਜਿੱਥੇ ਉਹ ਬਹਿੰਦਾ ਉੱਥੋਂ 2-2 ਫੁੱਟ ਵਰਗ ਫੁੱਟ, 2 ਫੁੱਟ ਡੂੰਘੀ, 2 ਫੁੱਟ ਚੌੜੀ, 2 ਫੁੱਟ ਲੰਮੀ, ਜਿੰਨੇ ਥਾਂ 'ਚ ਉਹ ਬਹਿੰਦਾ ਉਨੀ ਮਿੱਟੀ ਪੱਟ ਕੇ ਬਾਹਰ ਸਿੱਟੇ ਆਉਂਦੇ, ਉੱਥੇ ਨਵੀਂ ਪਾਉਂਦੇ ਆ। ਕਈ ਦਿਨ ਇਹ ਕੰਮ ਚੱਲਦਾ ਰਿਹਾ, ਇਹਨੂੰ ਨਾ ਪਤਾ ਲੱਗਿਆ। ਇੱਕ ਦਿਨ ਨਾਰਦ ਮੁਨੀ ਨੇ ਕਿਸੇ ਰੱਬ ਦੇ ਪਿਆਰੇ ਨੂੰ ਦੱਸਿਆ, ਭਲਿਆ ਮਾਨਸਾ, ਤੂੰ ਵੱਡੇ ਰਿਸ਼ੀ ਦਾ ਪੁੱਤਰ ਹੈ, ਸਤਸੰਗ ਵਿੱਚ ਆ ਕੇ ਬਹਿਣਾ ਹੈ, ਪਰ ਤੈਨੂੰ ਪਤਾ ਹੈ ਕਿ ਤੈਨੂੰ ਚੰਗਾ ਨਹੀਂ ਸਮਝਿਆ ਜਾਂਦਾ। ਕਹਿੰਦੇ ਕਿਉਂ? ਕਿਉਂਕਿ ਮੈਨੂੰ ਇਹ ਪਤਾ ਲੱਗਿਆ ਵੀ ਜਿੱਥੇ ਤੂੰ ਬਹਿਣਾ ਉੱਥੋਂ 2-2 ਵਰਗ ਫੁੱਟ ਮਿੱਟੀ ਪੱਟ ਕੇ 4 ਛਪੇਰਿਓ ਬਾਹਰ ਸਿੱਟ ਕੇ ਆਉਂਦੇ ਆ ਤੇ ਨਵੀਂ ਮਿੱਟੀ ਪਾਉਂਦੇ ਆ। ਕਹਿੰਦੇ ਐਂ ਕਿਉਂ ਕਰਦੇ ਆ? ਕਹਿੰਦੇ ਮੈਂ ਸੁਣਿਆ ਵੀ ਤੂੰ ਨਗੋਰਾ ਹਜੇ ਗੁਰੂ ਵਾਲਾ ਨਹੀਂ ਬਣਿਆ, ਇਸ ਕਰਕੇ ਤੇਰੇ ਬੈਠਣ ਨਾਲ ਉਹ ਧਰਤੀ ਵੀ ਖਰਾਬ ਹੋ ਜਾਂਦੀ ਹੈ, ਇਸ ਕਰਕੇ ਮਿੱਟੀ ਪੱਟ ਕੇ ਬਾਹਰ ਸਿੱਟ ਕੇ ਆਉਂਦੇ ਆ, ਨਵੀਂ ਪਾਉਂਦੇ ਆ। ਇਸ ਗੱਲ ਦਾ ਉਹਨੂੰ ਬੜਾ ਦੁੱਖ ਲੱਗਿਆ ਤੇ ਉਸਨੇ ਆਪਣੇ ਬਾਪੂ ਨੂੰ ਕਿਹਾ ਕਿ ਮੈਨੂੰ ਗੁਰਮੰਤਰ ਦੇ। ਤੇ ਰਿਸ਼ੀ ਕਹਿਣ ਲੱਗਿਆ ਮੈਂ ਗੁਰੂ ਥੋੜਾ ਹੀ ਆ ਤੈਨੂੰ ਗੁਰਮੰਤਰ ਦੇਣ ਵਾਸਤੇ। ਇਸ ਮੌਕੇ ਦਾ ਗੁਰੂ ਰਾਜਾ ਜਨਕ ਹੈ, ਤੈਨੂੰ ਰਾਜੇ ਜਨਕ ਦੇ ਪੈਰੀ ਪੈਣਾ ਪੈਣਾ। ਰਾਜੇ ਜਨਕ ਨੂੰ ਗੁਰੂ ਧਾਰਨ ਕਰ, ਤਾਂ ਤੇਰਾ ਉਧਾਰ ਹੋ ਸਕਦਾ ਹੈ। ਰਾਜਾ ਜਨਕ ਹੀ ਤੈਨੂੰ ਗੁਰਮੰਤਰ ਦੇ ਸਕਦਾ ਹੈ, ਉਹਦੇ ਕੋਲ ਜਾ। ਤਾਂ ਗੁਰੂ ਪਿਆਰਿਓ, ਇਸ ਨੇ ਉਸੇ ਵੇਲੇ ਰਾਜੇ ਜਨਕ ਦੇ ਦਰਬਾਰ ਜਾਣਾ ਕੀਤਾ। ਸਿੱਧਾ ਅੰਦਰ ਗਿਆ ਜਦ ਇਹ, ਕੀ ਵੇਖਦਾ? ਰਾਜੇ ਜਨਕ ਦੇ ਕੋਲ ਉਹਦੀਆਂ ਰਾਣੀਆਂ ਬੈਠੀਆਂ ਸੇਵਾ ਕਰੀ ਜਾਂਦੀਆਂ। ਤਾਂ ਗੁਰੂ ਪਿਆਰਿਓ, ਇਹ ਕੁਝ ਨਫ਼ਰਤ ਜੀ ਕਰਕੇ ਮੁੜਿਆ ਆ ਬਈ ਯਾਰ ਮੈਨੂੰ ਤਾਂ ਚਾਹੀਦਾ ਸੀਗਾ ਕੋਈ ਵੈਸ਼ਨੂ ਗੁਰੂ, ਤੇ ਇਹ ਤਾਂ ਇਸਤਰੀਆਂ ਵਿੱਚ ਵੜਿਆ ਬੈਠਾ। ਗ੍ਰਸਤੀ ਜੀਵਨ ਸੀ ਰਾਜਾ ਜਨਕ ਦਾ, ਵਿਆਹ ਹੋਇਆ ਸੀ, ਰਾਣੀਆਂ ਸੀ ਉਹਦੀਆਂ। ਪਰ ਇਹ ਸ਼ੰਕਾ ਕਰ ਗਿਆ ਤੇ ਸ਼ੰਕਾ ਕਰਕੇ ਵਾਪਸ ਆਪਦੇ ਬਾਪੂ ਕੋਲ ਆ ਗਿਆ। ਕਹਿੰਦਾ ਮੈਂ ਨਹੀਂ ਉਹਨੂੰ ਗੁਰੂ ਧਾਰਨ ਕਰਨਾ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਉਹ ਤਾਂ ਰਾਣੀਆਂ ਦੇ ਵਿੱਚ ਫਸਿਆ ਬੈਠਾ, ਮੈਨੂੰ ਤਾਂ ਕੋਈ ਵੈਸ਼ਨੂ ਗੁਰੂ ਚਾਹੀਦਾ। ਉਸ ਵੇਲੇ ਗੁਰੂ ਪਿਆਰਿਓ ਜਦੋਂ ਇਹ ਗਿਆ ਤੇ ਇਹਦਾ ਬਾਪੂ ਕਹਿਣ ਲੱਗਿਆ ਪੁੱਤਰਾ ਤੈਨੂੰ ਰਾਜੇ ਜਨਕ ਦੇ ਕੋਲ ਹੀ ਜਾਣਾ ਪੈਣਾ, ਉਹੀ ਮੌਕੇ ਦਾ ਗੁਰੂ ਹੈ ਇਸ ਵੇਲੇ, ਤੇ ਉਹ ਹੀ ਤੈਨੂੰ ਤਾਰ ਸਕਦਾ ਹੈ, ਉਸੇ ਤੋਂ ਉਪਦੇਸ਼ ਲੈਣਾ ਪੈਣਾ। ਕਹਿੰਦੇ ਦੁਬਾਰਾ ਫਿਰ ਉਸ ਦੇ ਦਰਬਾਰ 'ਚ ਗਿਆ। ਜਦ ਦਰਬਾਰ 'ਚ ਗਿਆ ਤੇ ਇਹ ਜਾ ਕੇ ਬਹਿ ਗਿਆ। ਸਾਧੂਆਂ ਮੁਤਾਬਕ ਇਹਦੇ ਕੋਲ ਇੱਕ ਚਿੱਪੀ ਸੀ, ਇੱਕ ਸੋਟੀ ਸੀ ਤੇ ਇੱਕ ਵਾਧੂ ਲੰਗੋਟੀ ਸੀ। ਜਿਵੇਂ ਸਿੱਖ 2 ਕਛਹਿਰੇ ਰੱਖਦਾ, ਸਾਧ ਵੀ 2 ਲੰਗੋਟੀਆਂ ਰੱਖਦੇ ਆ। ਇਹ ਆਪਣੀ ਸੋਟੀ ਲੰਗੋਟੀ ਤੇ ਚਿੱਪੀ ਬਾਹਰ 'ਚ ਰੱਖ ਗਿਆ ਤੇ ਅੰਦਰ ਚਲਿਆ ਗਿਆ ਤੇ ਬਹਿ ਗਿਆ। ਤੇ ਬੈਠਣ ਤੋਂ ਬਾਅਦ ਗੁਰੂ ਪਿਆਰਿਓ, ਇਹਦੇ ਕੋਲ ਰਾਜੇ ਜਨਕ ਦੇ ਕੋਲ ਇੱਕ ਸਿਪਾਹੀ ਆਇਆ, ਉਹਦਾ ਸੇਵਾਦਾਰ ਆਇਆ, ਨੌਕਰ।
ਉਹ ਆ ਕੇ ਕਹਿਣ ਲੱਗਿਆ, ਰਾਜਾ ਸਾਹਿਬ ਕੀ ਗੱਲ ਆ? ਆਪਣੇ ਪਿੰਡ ਨੂੰ ਅੱਗ ਲੱਗ ਗਈ ਮਹਾਰਾਜ, ਆਪਣੇ ਦੇਸ਼ ਨੂੰ, ਸ਼ਹਿਰ ਨੂੰ ਅੱਗ ਲੱਗ ਗਈ ਆ। ਉਹ ਕਹਿੰਦਾ ਲੱਗ ਗਈ ਤਾਂ ਲੱਗ ਜਾਂਦੇ, ਆਪਾਂ ਨੂੰ ਕੀ। ਕਹੋ ਸਤਨਾਮ ਸ੍ਰੀ। ਉਹ ਮੁੜ ਗਿਆ ਨੌਕਰ, ਅੱਧੇ ਘੰਟੇ ਬਾਅਦ ਹੋਰ ਆ ਗਿਆ, ਕਹਿੰਦਾ ਰਾਜਾ ਸਾਹਿਬ ਕੋਈ ਇੰਤਜ਼ਾਮ ਕਰੋ, ਅੱਗ ਸ਼ਹਿਰ ਦੇ ਵਿੱਚ ਵੜਦੀ ਜਾ ਰਹੀ ਆ ਤੇ ਇਹ ਅੱਗ ਆਪਣੇ ਘਰ ਤੱਕ ਵੀ ਪਹੁੰਚ ਸਕਦੀ ਹੈ, ਮਹਿਲਾਂ ਤੱਕ। ਰਾਜਾ ਕਹਿੰਦਾ ਲੱਗ ਜਾਂਦੇ ਯਾਰ, ਤੁਸੀਂ ਕੰਮ ਕਰੋ। ਇਹ ਬੈਠਾ ਸੁਣੀ ਜਾਂਦਾ। ਤੀਜਾ ਬੰਦਾ ਆਇਆ, ਕਹਿੰਦੇ ਰਾਜਾ ਸਾਹਿਬ ਗੇਟ ਤੇ ਆ ਗਈ ਅੱਗ, ਤੁਸੀਂ ਕੁਛ ਕਰੋ ਉੱਠ ਕੇ। ਜਦੋਂ ਨੇ ਕਿਹਾ ਨਾ ਗੇਟ ਤੇ ਅੱਗ ਆ ਗਈ, ਤੇ ਸੁਖਦੇਵ ਮੁਨੀ ਉੱਠ ਕੇ ਬਾਹਰ ਨੂੰ ਭੱਜ ਲਿਆ। ਕਹੋ ਸਤਨਾਮ ਸ੍ਰੀ। ਜਨ ਕਹੇ ਤੂੰ ਕਿੱਥੇ ਚੱਲਿਆ? ਕਹਿੰਦਾ ਬਾਹਰ ਮੇਰੀ ਲੰਗੋਟੀ ਤੇ ਸੋਟੀ ਪਈ ਹੈ, ਮੱਚ ਜੂਗੀ। ਕਹਿੰਦੇ ਹਜੀ ਤੂੰ ਲੰਗੋਟੀ 'ਚ ਹੀ ਫਸਿਆ ਫਿਰਦਾ, ਮੇਰਾ ਸਾਰਾ ਸ਼ਹਿਰ ਮੱਚ ਗਿਆ, ਮੈਨੂੰ ਤਾਂ ਕੋਈ ਫਿਕਰ ਨਹੀਂ ਹੋਇਆ, ਤੂੰ ਲੰਗੋਟੀ ਬਚਾਉਣ ਵਾਸਤੇ ਭੱਜ ਰਿਹਾ, ਜਾ ਭੱਜ ਜਾ। ਐ ਨਹੀਂ ਗੁਰਮੰਤਰ ਮਿਲਦਾ ਹੁੰਦਾ। ਕਹੋ ਸਤਨਾਮ ਸ੍ਰੀ। ਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਿਆਇਤ ਕੀਤੀ ਆ ਸਾਡੇ ਤੇ ਕਿ ਸਾਨੂੰ ਗੁਰੂ ਮੰਤਰ ਸੌਖਾ ਮਿਲ ਰਿਹਾ ਹੈ। ਕਹੋ ਸਤਨਾਮ ਸ੍ਰੀ। ਨਹੀਂ ਤਾਂ ਪਹਿਲਾਂ 12-12 ਸਾਲ ਲੋਕ ਸਾਧੂਆਂ ਦੀ, ਰਿਸ਼ੀਆਂ ਮੁਨੀਆਂ ਦੀ ਸੇਵਾ ਕਰਦੇ। ਸਾਡੇ ਸਾਹਮਣੇ ਆ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਹੈ। ਬੜਾ ਪਛੇਮਾਨ ਜਾ ਹੋਇਆ, ਅੱਗ ਤਾਂ ਕੋਈ ਲੱਗੀ ਨਹੀਂ ਸੀਗੀ, ਪਰ ਕੀ ਵੇਖਦਾ ਬਾਹਰ ਜਾ ਕੇ ਵੀ ਇਹ ਕੀ ਕੀਤਾ। ਅਸਲ ਵਿੱਚ ਇਹਨੂੰ ਪਰਖਣ ਵਾਸਤੇ ਕਿ ਇਹਦਾ ਦਿਮਾਗ ਕਿੱਥੇ ਜੇ ਖੜਾ ਹੈ। ਤੂੰ ਤਾਂ ਹਜੇ ਲੰਗੋਟੀ ਸੋਟੀ 'ਚ ਹੀ ਫਸਿਆ ਖੜਾ, ਜਾਂ ਭੱਜ। ਘਰੇ ਆ ਗਿਆ, ਆਪਣੇ ਬਾਪੂ ਨੂੰ ਕਹਿੰਦਾ ਬਾਪੂ ਉਹਨੇ ਤਾਂ ਐਂ ਕੀਤੀ ਮੇਰੇ ਨਾਲ। ਕਹਿੰਦੇ ਗੁਰਮੰਤਰ ਸੌਖਾ ਨਹੀਂ ਮਿਲਦਾ, ਅਗਲੇ ਪ੍ਰੀਖਿਆ ਲੈ ਕੇ ਦਿੰਦੇ ਆ। ਕਹੋ ਸਤਨਾਮ ਸ੍ਰੀ। ਪਰਖਦੇ ਆ ਪਹਿਲਾਂ ਵੀ ਯੋਗ ਵੀ ਹੈ ਮੰਤਰ ਦੇ ਕਿ ਐਵੇਂ ਲਾਈ ਲੱਗ ਬਣ ਕੇ ਆਏ ਆ। ਜਾ ਉੱਥੇ ਜਾ, ਤੂੰ ਆਪੇ ਹੀ ਅੰਦਰ ਨਹੀਂ ਜਾਣਾ, ਬਾਹਰ ਬੈਠ ਜੀ, ਜਿੰਨਾ ਚਿਰ ਸੱਦੇ ਨਾ ਉਹਨਾਂ ਚਿਰ ਅੰਦਰ ਨਹੀਂ ਜਾਣਾ ਤੂੰ। ਕਹਿਣ ਲੱਗਿਆ ਠੀਕ ਆ, ਬਾਹਰ ਬਹਿ ਗਿਆ। ਉੱਤੇ ਸ਼ਾਦੇ ਲੰਗਰ ਚੱਲਦੇ ਤੇ ਇਹ ਸ਼ਾਦੇ ਬਾਹਰਲੇ ਪਾਸੇ, ਪਿਛਲੇ ਪਾਸੇ ਮਕਾਨ ਦੇ ਬੈਠ ਗਏ ਜਿੱਥੇ ਲੰਗਰ ਦੀਆਂ ਪੱਤਲਾਂ ਸਿੱਟਦੇ ਸੀ। ਕਹੋ ਸਤਨਾਮ ਸ੍ਰੀ। ਕਹਿੰਦੇ ਉਹ ਪੱਤਲਾਂ ਜਦੋਂ ਉੱਤੇ ਲੋਕ ਖਾਂਦੇ ਆ, ਥੱਲੇ ਨੂੰ ਸਿੱਟਦੇ ਨਾ, ਤੇ ਉਹ ਸਾਰੀਆਂ ਪੱਤਲਾਂ ਥੱਲੇ ਡਿੱਗਦੀਆਂ। ਪਰ ਇਹ ਹੁਣ ਨਿਸ਼ਚਿੰਤ ਹੋ ਕੇ ਬਹਿ ਗਿਆ ਵੀ ਜਦੋਂ ਸੱਦੂਗਾ ਉਦੋਂ ਹੀ ਜਾਵਾਂਗੇ। ਕਹੋ ਸਤਨਾਮ ਸ੍ਰੀ। ਸਾਰੀ ਦੁਨੀਆ ਉਹਦੇ ਹੁਕਮ ਅੰਦਰ ਹੈ। ਲੱਖ 84 ਤਰਸਦੇ ਫਿਰੇ, ਬਿਨ ਗੁਰ ਭੇਟੈ ਪੀਰੈ। ਹੁਣੇ ਰਾਜੇ ਜਨਕ ਆਪਣਾ ਸੁਖਦੇਵ ਮੁਨੀ ਦਾ ਜਿਹੜਾ ਐਸਾ ਹਾਲਤ ਬਣ ਗਈ ਹੈ ਕਿ ਉੱਥੇ ਬੈਠੇ ਬੈਠੇ ਦਾ ਹੀ ਧਿਆਨ ਜੁੜ ਗਿਆ। ਉਹਨਾਂ ਨੇ ਵੇਦਾਂ ਵਿੱਚ ਲਿਖਿਆ ਕਿ 12 ਸਾਲ ਉੱਥੇ ਪੱਤਲਾਂ ਹੀ ਸਿੱਟਦੇ ਰਹੇ ਜੂਠੀਆਂ। ਜਦੋਂ ਪੱਤਲਾਂ ਸਿੱਟਦੇ ਰਹੇ 12 ਸਾਲਾਂ ਬਾਅਦ ਰਾਜੇ ਜਨਕ ਨੇ ਗੁਰੂ ਪਿਆਰਿਓ ਫਿਰ ਉਸ ਦੇ ਉੱਪਰ ਕਿਰਪਾ ਕੀਤੀ। ਬ੍ਰਹਮ ਕਮਲ ਪੁੱਤ ਮੀਨ ਬਿਆਸਾ, ਬਿਆਸ ਦਾ ਪੁੱਤਰ ਗੁਰੂ ਪਿਆਰਿਓ ਬ੍ਰਹਮਾ ਤੋਂ ਪੈਦਾ ਹੋਇਆ, ਬਿਆਸ ਰਿਸ਼ੀ ਦਾ ਇਹ ਪੁੱਤਰ। ਔਰ ਅਮਰ ਕਥਾ ਸੁਣੀ ਇਹਨੇ ਮਹਾਦੇਵ ਦੇ ਕੋਲ। ਕਥਾ ਆਪਾਂ ਵੀ ਸਾਰੇ ਸੁਣਦੇ ਆ, ਪਰ ਹਲੇ ਗੁਰੂ ਵਾਲੇ ਬਣਨ ਨੂੰ ਤਿਆਰ ਨਹੀਂ ਹੋਏ। ਅਮਰ ਕਥਾ ਸੁਣੀ ਹੋਈ ਸੀ ਉਸਨੇ। ਜਦੋਂ ਇਕਾਗਰਤਾ ਨਾਲ ਉੱਥੇ ਬਹਿ ਗਿਆ ਜਾ ਕੇ, ਤਾਂ ਗੁਰੂ ਪਿਆਰਿਓ ਪਾਤਸ਼ਾਹ ਜੀ ਬਾਣੀ ਵਿੱਚ ਇਸ ਦਾ ਹਵਾਲਾ ਦਿੰਦੇ ਹੈ ਕਿ ਬਿਨ ਸੰਗਤ ਕਰਮ ਕਰੇ ਅਭਿਮਾਨੀ, ਕੱਢ ਪਾਣੀ ਚੀਕੜ ਪਾਵੈ ਗੋ। ਜੇ ਕੋਈ ਹੰਕਾਰ ਕਰਦਾ ਹੈ ਕਿ ਮੈਨੂੰ ਗੁਰੂ ਦੀ ਕੀ ਲੋੜ ਹੈ, ਉਹ ਆਪਣੇ ਮਨੁੱਖਾ ਜੀਵਨ ਨੂੰ ਖਰਾਬ ਕਰ ਲੈਂਦਾ, ਜਿਵੇਂ ਚਿੱਕੜ ਪੈ ਜਾਵੇ ਪਾਣੀ ਦੇ ਥਾਂ ਤੇ।
ਤੇ ਅਖੀਰ ਤਰਦਾ ਕਿਵੇਂ ਆ? ਜੇ ਉਹ ਲੋਹਾ ਤਰਿਓ ਸੰਗ ਕਾਸ਼ਟ ਲੱਗ ਸ਼ਬਦ ਗੁਰੂ ਹਰ ਪਾਵੈ ਗੋ। ਜਿਵੇਂ ਲੋਹੇ ਨਾਲ ਲੱਕੜ ਲਾ ਦਈਏ ਤੇ ਉਹ ਲੱਕੜ ਦੇ ਤੈਰਨ ਕਰਕੇ ਲੋਹਾ ਵੀ ਤੈਰ ਜਾਂਦਾ। ਗੁਰੂ ਦੇ ਸ਼ਬਦ ਨਾਲ ਜੁੜ ਕੇ ਸਾਡਾ ਜੀਵ ਆਤਮਾ ਜਿਹੜਾ ਪਵਿੱਤਰ ਹੋ ਸਕਦਾ ਹੈ। ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ। ਪਰਮੇਸ਼ਰ ਦੇ ਪਿਆਰਿਆਂ ਦੇ ਗੁਰੂ ਪਿਆਰੇ ਹੁੰਦੇ ਹਨ ਜਿਹੜੇ ਉਹਨਾਂ ਨੂੰ ਮਿਲਦੇ ਹੈ। ਭਗਤ ਜਨਾ ਕੋ ਸਦਾ ਨਿਵ ਰਹੀਏ ਜਾਂ ਨਿਵੇ ਤਾਂ ਫਲ ਗੁਣ ਪਾਵੇ ਗੋ। ਇਸੇ ਸੁਖਦੇਵ ਮੁਨੀ ਨੇ ਜਾ ਕੇ ਨਿੰਦਿਆ ਕੀਤੀ। ਉਹ ਤਾਂ ਗ੍ਰਸਤੀ ਹੈ। ਉਹਦਾ ਪਿਤਾ ਕਹਿੰਦਾ ਪੁੱਤਰ ਨਿੰਦਿਆ ਨਹੀਂ ਕਰਦੀ ਹੁੰਦੀ ਭਗਤਾਂ ਦੀ। ਜੇ ਪਰਮੇਸ਼ਰ ਦੀ ਜਾਂ ਭਗਤਾਂ ਦੀ ਨਿੰਦਿਆ ਕਰੀਏ ਹਰਨਾਕਸ਼ ਦੀ ਤਰ੍ਹਾਂ ਪਚ ਜਾਂਦਾ। ਤੈਨੂੰ ਪਤਾ ਹੈ? ਸਾਨੂੰ ਸਮਝਾਉਂਦੇ ਹੋਏ ਸਤਿਗੁਰੂ ਕਹਿੰਦੇ ਸਿੱਖੋ ਤੁਹਾਨੂੰ ਪਤਾ ਹੈ ਕਿ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਾਪਨ ਪੂਜ ਕਰਾਵੇ ਗੋ। ਰਾਜੇ ਜਨਕ ਦਾ ਸੇਵਕ ਹੋਇਆ ਸੁਖਦੇਵ ਮੁਨੀ, ਬਿਆਸਾ ਦਾ ਪੁੱਤਰ ਹੋਇਆ। ਉਹਦੀ ਪੂਜਾ ਕਿਵੇਂ ਹੋਈ ਦੁਨੀਆ ਵਿੱਚ? ਜਦੋਂ 12 ਸਾਲ ਬਾਅਦ ਪੱਤਲਾਂ ਚੱਕੀਆਂ ਗਈਆਂ ਤੇ ਥੱਲਿਓਂ ਜਦੋਂ ਇਹ ਨਿਕਲਿਆ ਤੇ ਨੌਕਰ ਚਾਕਰ ਕਹਿੰਦੇ ਰਾਜਾ ਸਾਹਿਬ ਥੱਲੇ ਇੱਕ ਬੰਦਾ ਬੈਠਾ ਪੱਤਲਾਂ ਨੇ। ਕਹਿੰਦੇ ਮੈਨੂੰ ਪਤਾ ਹੈ। ਜਾਓ ਉਹਦੇ ਹੱਥਾਂ ਪੈਰਾਂ ਦੀਆਂ ਤਲੀਆਂ ਦੀਆਂ ਮਾਲਸ਼ਾਂ ਕਰੋ, ਕਿਉਂਕਿ ਸੁਰਤ ਤਾਂ ਚੜ੍ਹ ਗਈ, ਧਿਆਨ ਤਾਂ ਚੜ੍ਹ ਗਿਆ। ਬੈਠਾ ਰਿਹਾ, ਮਾਲਸ਼ ਕਰਕੇ ਉਹਦਾ ਧਿਆਨ ਹੇਠਾਂ ਲਾਹਿਆ। ਧਿਆਨ ਲਾਉਣ ਤੋਂ ਬਾਅਦ ਫਿਰ ਉਸ ਨੂੰ ਰਾਜੇ ਜਨਕ ਦੇ ਕੋਲ ਲੈ ਕੇ ਆਏ। ਜਾਤ ਨਜਾ ਦੇਖ ਮਤ ਭਰਮੋ ਸੁਖ ਜਨਕ ਪੱਗੀ ਲਗ ਪਾਵੇ ਗੋ। ਪਹਿਲਾਂ ਸੁਖਦੇਵ ਮੁਨੀ ਆਪਾਂ ਨੂੰ ਉੱਚੀ ਜਾਤੀ ਦਾ ਸਮਝਦਾ ਸੀਗਾ, ਰਾਜੇ ਨੂੰ ਨੀਵੀਂ ਜਾਤ ਦਾ ਸਮਝਦਾ ਸੀਗਾ। ਪਰ ਗੁਰੂ ਕਹਿੰਦੇ ਕਦੇ ਵੀ ਜਾਤ ਨਾ ਪਰਖੋ, ਜਾਤ ਨਾ ਪੁੱਛੋ, ਗੁਰੂ ਕੀ ਲੀਜੈ ਭੇਦ ਬਤਾਏ। ਸਾਧ ਦੀ ਜਾਤ ਨਾ ਵੇਖੋ, ਵੱਡੀ ਜਾਤ ਹੈ ਕਿ ਛੋਟੀ ਜਾਤ ਹੈ। ਉਹਦੇ ਕੋਲੋਂ ਰੱਬ ਦਾ ਭੇਦ ਪੁੱਛ ਲੈਣਾ ਚਾਹੀਦਾ। ਤੇ ਅਖੀਰ ਗੁਰੂ ਪਿਆਰਿਓ ਰਾਜਾ ਜਨਕ ਜਦੋਂ ਇਹਦੇ ਕੋਲ ਲਿਆਂਦਾ ਗਿਆ, ਇਸ ਦਾ ਇਸ਼ਨਾਨ ਕਰਾਇਆ ਰਾਜੇ ਜਨਕ ਨੇ। ਫਿਰ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਹਿਨਾਏ ਤੇ ਆਪਣੇ ਵਾਲਾ ਸਾਰਾ ਬ੍ਰਹਮ ਗਿਆਨ ਹੀ ਇਹਨੂੰ ਦੇ ਦਿੱਤਾ। ਕੋਈ ਸਤਨਾਮ ਕੱਲਾ ਨਾਮ ਹੀ ਨਹੀਂ ਦਿੱਤਾ, ਕਿਉਂਕਿ ਤਪੱਸਿਆ ਤਾਂ ਹੋ ਗਈ ਇਹਦੀ 12 ਸਾਲ। ਜਿਸ ਤਰ੍ਹਾਂ 12 ਸਾਲਾਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਸਤਿਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕਰ ਦਿੱਤੀ, ਉਸੇ ਤਰ੍ਹਾਂ ਰਾਜੇ ਜਨਕ ਨੇ ਸੁਖਦੇਵ ਮੁਨੀ ਤੇ ਉਹ ਬਖਸ਼ਿਸ਼ ਕਰ ਦਿੱਤੀ, ਬ੍ਰਹਮ ਗਿਆਨ ਦੇ ਦਿੱਤਾ। ਬ੍ਰਹਮ ਗਿਆਨ ਹੀ ਨਹੀਂ, ਆਪਣੇ ਸਿੰਘਾਸਣ ਤੇ ਬਿਠਾ ਕੇ ਆਪਣੀ ਜਨਤਾ ਨੂੰ ਉਹਦੇ ਪੈਰੀ ਪਾਇਆ। ਕੋ ਸਤਨਾਮ ਸੀ, ਕਿਉਂਕਿ ਹੁਣ ਉਹਨੂੰ ਸਮਝ ਆਈ ਕਿ ਰਾਜੇ ਜਨਕ ਦੇ ਕੋਲੇ ਕਿਹੜੀ ਪਾਵਰ ਸੀ, ਪਰਮੇਸ਼ਰ ਦਾ ਨਾਮ। ਪ੍ਰੀਤਮ ਜੀ ਕਹਿ ਰਹੇ ਸੀ ਹਰ ਜੀਓ ਸਦਾ ਸੱਚਾ ਸੱਚ ਤੂੰ ਸਭ ਕੁਛ ਤੇਰਾ ਚੀਰੈ। ਪਰਮੇਸ਼ਰ ਤੂੰ ਸਦਾ ਸੱਚ ਹੈ, ਸਾਰੇ ਤੇਰੇ ਹੁਕਮ ਅੰਦਰ ਹੈ। ਪਰ ਜਿਹੜੇ ਤੇਰੇ ਹੁਕਮ ਤੋਂ ਬਾਹਰ ਹਨ ਉਹ ਤਰਸਦੇ ਫਿਰਦੇ ਆ, ਭਟਕਦੇ ਫਿਰਦੇ ਆ। 184 ਤਰਸਦੇ ਬਿਨ ਗੁਰ ਭੇਟੈ ਪੀਰੈ। ਜਿਹੜੇ ਗੁਰੂ ਪੀਰ ਵਾਲੇ ਨਹੀਂ ਬਣਦੇ, ਮੁਸਲਮਾਨ ਪੀਰ ਕਹਿੰਦੇ, ਅਸੀਂ ਗੁਰੂ ਕਹਿੰਦੇ ਆ, ਅਰਥ ਇੱਕੋ ਹੀ ਆ। ਗੁਰੂ ਪੀਰ ਵਾਲੇ ਹੋਣਾ ਚਾਹੀਦਾ ਬੰਦੇ ਨੂੰ। ਤਾਂ ਗੁਰੂ ਪਿਆਰਿਓ ਹੁਣ ਕੀ ਹੋਇਆ? ਜਨਕ ਜਨਕ ਬੈਠੇ ਸਿੰਘਾਸਣ ਨੌ ਮੁਨੀ ਧੂਰ ਲੈ ਲਾਵੇ ਗੋ। ਜਿਹੜੇ ਸੁਖਦੇਵ ਮੁਨੀ ਦੇ ਬੈਠਣ ਵਾਲੀ ਥਾਂ ਤੋਂ ਮਿੱਟੀ ਪੱਟ ਕੇ 2-2 ਫੁੱਟ ਬਾਹਰ ਸਿੱਟੀ ਆਉਂਦੇ ਸੀ, ਹੁਣ ਉਸ ਸੁਖਦੇਵ ਮੁਨੀ ਦੇ ਪੈਰਾਂ ਦੀ ਚਰਨ ਧੂੜ ਨੂੰ ਮੱਥੇ ਤੇ ਲਾਉਣ ਲੱਗੇ, ਟਿੱਕਾ ਬਣਾ ਕੇ। ਕੋ ਸਤਨਾਮ ਸੀ। ਇਹ ਪਾਵਰ ਕਿਹਦੀ ਹੈ? ਗੁਰੂ ਦੀ ਕਿਰਪਾ ਦੀ। ਜਨਕ ਜਨਕ ਬੈਠੇ ਸਿੰਘਾਸਣ ਨੌ ਮੁਨੀ ਧੂਰ ਲੈ ਲਾਵੇ ਗੋ। ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ। ਮਹਾਰਾਜ ਮੈਂ ਵੀ ਤੇਰੇ ਦਾਸਾਂ ਦਾ ਦਾਸ ਬਣਨ ਨੂੰ ਤਿਆਰ ਹਾਂ। ਇਸ ਨਾਨਕ ਤੇ ਵੀ ਕਿਰਪਾ ਕਰ ਦੇ, ਮੈਨੂੰ ਵੀ ਉਹ ਰਾਜੇ ਜਨਕ ਵਾਲਾ ਗਿਆਨ ਪ੍ਰਾਪਤ ਹੋ ਜਾਵੇ। ਗੁਰੂ ਨਾਨਕ ਤਾਂ ਖੁਦ ਹੀ ਉਹਦੇ ਰੂਪ ਹਨ ਪਰਮੇਸ਼ਰ ਦੇ। ਪਰ ਇਹ ਗੱਲ ਸਾਡੇ ਵਾਸਤੇ ਹੈ ਕਿ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਜੇ ਉਹ ਪਾਵਰ ਲੈਣੀ ਹੈ। ਵਰਨਾ 184 ਤਰਸਦੇ ਫਿਰੇ। ਰਾਜੇ ਜਨਕ ਦਾ ਗਿਆਨ
ਜਦੋਂ ਸੁਖਦੇਵ ਮੁਨੀ ਨੂੰ ਪ੍ਰਾਪਤ ਹੋਇਆ, ਜਨਕ ਬੈਠੇ ਸਿੰਘਾਸਨ। ਜਨਕ ਦੇ ਬਹੁਤ ਅਰਥ ਹੈ ਇੱਥੇ। ਇੱਕ ਜਨਕ ਦਾ ਅਰਥ ਹੈ ਰਾਜਾ ਜਨਕ, ਦੂਜਾ ਜਨਕ ਦਾ ਅਰਥ ਹੈ ਪਿਓ, ਜਿੱਥੋਂ ਅਸੀਂ ਪੈਦਾ ਹੋਏ ਆ ਉਹ ਸਾਡਾ ਜਨਕ ਹੈ, ਮਾਤਾ ਜਨਨੀ ਹੈ, ਜਨਕ ਜਨਨੀ ਵੀ ਕਹਿੰਦੇ ਆ। ਤੇ ਇੱਕ ਜਨਕ ਦਾ ਅਰਥ ਹੈ ਜਾਣ ਲੈਣਾ ਕਿ ਮੇਰੇ ਗੁਰੂ ਕੋਲ ਕੀ ਪਾਵਰ ਹੈ। ਤੋ ਸੁਖਦੇਵ ਮੁਨੀ ਨੂੰ ਤਿੰਨੇ ਚੀਜ਼ਾਂ ਪ੍ਰਾਪਤ ਹੋਈਆਂ। ਰਾਜਾ ਜਨਕ ਗੁਰੂ ਪਿਤਾ ਦੇ ਰੂਪ ਚ ਪ੍ਰਾਪਤ ਹੋਇਆ, ਕਿਉਂਕਿ ਉਸ ਨੇ ਰਾਜੇ ਜਨਕ ਨੂੰ ਜਾਣ ਲਿਆ ਕਿ ਮੈਂ ਇਹਦੇ ਕੋਲੋਂ ਲੈਣ ਕੀ ਆਇਆ, ਮੈਨੂੰ ਉਹ ਦਾਤ ਮਿਲ ਕੀ ਹੈ। ਹੁਣ ਰਾਜਾ ਜਨਕ ਗ੍ਰਸਤੀ ਹੈ, ਰਾਣੀਆਂ ਚ ਰਹੇ, ਉਹ ਜੋ ਮਰਜ਼ੀ ਕਰੇ, ਮੈਨੂੰ ਇਹ ਚੀਜ਼ ਨਹੀਂ ਵੇਖਣੀ, ਮੈਂ ਦੇਖਣਾ ਗੁਰੂ ਨੇ ਮੈਨੂੰ ਗਿਆਨ ਕੀ ਦੇਣਾ। ਤਾਂ ਜਦੋਂ ਉਸ ਨੂੰ ਰਾਜੇ ਜਨਕ ਵਾਲਾ ਗਿਆਨ ਪ੍ਰਾਪਤ ਹੋਇਆ ਤੇ ਦੁਨੀਆ ਉਹਦੇ ਪੈਰੀ ਪੈਣ ਲੱਗੀ। ਇਸ ਕਰਕੇ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਸਿੱਖੋ ਹਰ ਜੀਓ ਬਖਸ਼ੇ ਬਖਸ਼ ਲਏ, ਜੇ ਗੁਰੂ ਪਰਮੇਸ਼ਰ ਬਖਸ਼ ਲਵੇ ਆਪਾਂ ਨੂੰ ਬਖਸ਼ਿਆ। ਇਸੇ ਕਰਕੇ ਗੁਰੂ ਕੋਲੇ ਲੈ ਕੇ ਆਇਆ, ਜਿਨ੍ਹਾਂ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੈ। ਆਪੇ ਸੇਵਾ ਲਾਈਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਉਹ ਸਭਨਾ ਦਾ ਮਾਤਾ ਪਿਤਾ ਆਪ ਹੈ, ਆਪ ਹੀ ਸਭ ਦੀ ਸਾਰ ਲੈਂਦਾ ਹੈ ਤੇ ਆਪ ਹੀ ਉਹ ਸਭ ਦੇ ਸੀਸ ਤੇ ਮੇਰਾ ਪਰੇ ਹੱਥ ਰੱਖਦਾ ਹੈ। ਇਸ ਕਰਕੇ ਆਓ ਉਹ ਪਰਮੇਸ਼ਰ ਦੇ ਪ੍ਰਵਾਨ ਹੋ ਜਾਈਏ। ਜੇ ਪਰਮੇਸ਼ਰ ਨੂੰ ਪ੍ਰਵਾਨ ਹੋ ਗਏ ਤੇ ਫਿਰ ਸਾਡਾ ਕੰਨ ਫੜ ਕੇ ਸਾਨੂੰ ਪ੍ਰੇਰਨਾ ਕਰਕੇ ਕਿਵੇਂ ਨਾ ਕਿਵੇਂ ਕਿਸੇ ਦੇ ਰਾਹੀਂ ਸਾਨੂੰ ਗੁਰੂ ਸ਼ਬਦ ਦੇ ਚਰਨਾਂ ਵਿੱਚ ਲੈ ਕੇ ਆਵੇਗਾ ਤੇ ਫਿਰ ਗੁਰੂ ਆਪ ਦਾ ਕੰਮ ਕਰਦਾ। ਰਾਜੇ ਜਨਕ ਵਾਲਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਵਾਲਾ ਕੰਮ ਫਿਰ ਗੁਰੂ ਕਰਦਾ। ਪੰਜ ਪਿਆਰੇ ਕਰਦੇ ਹੈ, ਉਹ ਸਾਨੂੰ ਗੁਰਮੰਤਰ ਦੇ ਕੇ ਬਖਸ਼ਿਸ਼ ਕਰਕੇ ਸੇਵਾ ਲਾ ਕੇ ਸਿਮਰਨ ਦੇ ਕੇ ਉਸ ਪਰਮੇਸ਼ਰ ਨਾਲ ਮਿਲਾਉਂਦੇ ਹੈ। ਹਰ ਜੀਓ ਬਖਸ਼ੇ ਬਖਸ਼ ਲੈ, ਸੋਖ ਸਦਾ ਸਰੀਰ ਹੈ, ਗੁਰ ਪ੍ਰਸਾਦੀ ਸੇਵ ਕਰੀ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈ ਕੇ ਸੇਵਾ ਕੀਤੀ। ਔਰ ਇਹ ਸਾਡਾ ਇਤਿਹਾਸ 10 ਗੁਰੂਆਂ ਦਾ ਹੀ ਦੇਖ ਲਓ ਕਿ ਲਹਿਣਾ ਜੀ ਨੇ ਇੱਕ ਦਿਨ ਗੁਰਸਿੱਖ ਦੇ ਕੋਲੋਂ ਖੇਤਾਂ ਦੇ ਵਿੱਚ ਜੋ ਹਲ ਚਲਾ ਰਿਹਾ ਸੀ, ਖੇਤਾਂ ਨੂੰ ਪਾਣੀ ਲਾ ਰਿਹਾ ਸੀ ਤੇ ਨਾਲੇ ਅੰਮ੍ਰਿਤ ਵੇਲੇ ਠੰਡੀ ਹਵਾ ਵਗਦੀ ਹੈ, ਸੁੰਦਰ ਵਾਤਾਵਰਨ ਵਿੱਚ ਨਾਲ ਜਪਜੀ ਸਾਹਿਬ ਦਾ, ਆਸਾ ਦੀ ਵਾਰ ਦੇ ਸ਼ਬਦਾਂ ਦਾ ਸ਼ਬਦ ਗਾ ਰਹੇ ਹੈ, ਕੀਰਤਨ ਭਾਵ ਪਾਠ ਕਰ ਰਿਹਾ, ਉੱਚੀ ਨਿਤਨੇਮ ਕਰ ਰਿਹਾ ਹੈ। ਤੇ ਲਹਿਣਾ ਜੀ ਦੇ ਕੰਨ 'ਚ ਆਵਾਜ਼ ਪਈ ਤੇ ਮਨ ਮੋਹਿਆ ਗਿਆ ਸ਼ਬਦ ਨਾਲ। ਉਹ ਸਿੱਖ ਨੂੰ ਆ ਕੇ ਪੁੱਛਦੇ ਆ, ਕੀ ਗਾ ਰਹੇ ਸੀ ਤੁਸੀਂ? ਇਹ ਗੁਰੂ ਨਾਨਕ ਦੀ ਬਾਣੀ ਆ, ਬਹੁਤ ਸੁੰਦਰ ਹੈ। ਕਿੱਥੇ ਆ ਗੁਰੂ ਨਾਨਕ ਦੇਵ ਜੀ? ਕਹਿੰਦੇ ਉਹ ਕਰਤਾਰਪੁਰ ਰਹਿੰਦੇ ਆ। ਅੱਛਾ, ਮੈਂ ਤਾਂ ਆਪ ਜਾ ਕੇ ਮਿਲੂੰਗਾ। ਜਿਹੜਾ ਪਹਿਲਾਂ ਨੈਣਾ ਦੇਵੀ ਦਾ ਸੇਵਕ ਸੀਗਾ, ਅੱਜ ਉਹਨੂੰ ਸਤਿਗੁਰ ਨੇ ਮੋਹ ਲਿਆ, ਖਿੱਚ ਲਿਆ ਸ਼ਬਦ ਦੇ ਰਾਹੀਂ ਤੇ ਪਹੁੰਚ ਗਏ ਲਹਿਣਾ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ। ਤੇ ਗੁਰੂ ਨਾਨਕ ਵੀ ਅੱਗੋਂ ਭਾਲਦਾ ਸੀ, ਅੱਗੋਂ ਬਾਹਰ ਲੈਣ ਵਾਸਤੇ ਆਏ। ਫਿਰ ਸੇਵਾ ਲਾ ਦਿੱਤੀ, ਉਹਨਾਂ ਦੀ ਸੇਵਾ ਕਰਦੇ ਰਹੇ। ਅਨੇਕਾਂ ਪ੍ਰੀਖਿਆ ਹੋਈਆਂ, ਬਹੁਤ ਪਰਖਾਂ ਹੋਈਆਂ, ਜਿੱਦਾਂ ਵਿੱਚੋਂ ਲਹਿਣਾ ਜੀ ਪਾਸ ਹੁੰਦੇ ਰਹੇ ਤੇ ਅਖੀਰ ਉਹਨਾਂ ਨੇ ਆਪਣੀ ਬਖਸ਼ਿਸ਼ ਕਰਕੇ ਕੀ ਬਣਾ ਦਿੱਤਾ? ਉਹਨਾਂ ਨੂੰ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਔਰ ਅਮਰਦਾਸ ਜੀ ਨੇ ਸਾਨੂੰ ਫਿਰ ਦੱਸਿਆ, ਕਹਿੰਦੇ ਵੇਖੋ, ਮਾਰੋ ਝਾਤੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਤੇ। ਸਦ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੇ ਏਕ ਨਾਮ ਤੇ ਆਵੇ। ਜਿਵੇਂ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵੇ, ਜਿਵੇਂ ਲਹਿਣਾ ਜੀ ਨੇ ਗੁਰੂ ਨਾਨਕ ਦੀ ਕਿਰਪਾ ਲੈ ਕੇ ਪਰਮੇਸ਼ਰ ਦਾ ਰੂਪ ਹੋ ਗਿਆ। ਸਿੱਖਾ ਤੂੰ ਵੀ ਸ਼ਬਦ ਨਾਲ ਜੁੜ ਜਾ। ਇਹ ਸ਼ਬਦ ਤੈਨੂੰ ਗੁਰੂ ਕੋਲੋਂ ਮਿਲਣਾ, ਗੁਰੂ ਕੋਲੇ ਜਾਣਾ ਪੈਣਾ। ਅੱਗੇ ਤੁਹਾਡੀ ਮਰਜ਼ੀ ਆ, ਅੱਜ ਜਾਓ ਕੱਲ ਜਾਓ, ਪਰਸੋਂ ਤਾਂ ਆਉਣੀ ਨਹੀਂ। ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਜੇ, ਆਪਾਂ ਸਭ ਨੇ ਮਰਨਾ ਇੱਕ ਦਿਨ।
ਤੇ ਮਰਨ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਗੁਰੂ ਵਾਲੇ ਬਣ ਜਾਈਏ, ਕਿਉਂਕਿ ਨਵੇੜਾ ਗੁਰੂ ਨੇ ਹੀ ਕਰਨਾ। ਅੱਜ ਨਾ ਕੀਤਾ ਫਿਰ 84 ਲੱਖ ਜੂਨਾ ਭਟਕ ਕੇ ਫਿਰ ਇੱਥੇ ਕਦੇ ਆਵਾਂਗੇ। ਜੇ ਉਹਦੀ ਦਇਆ ਹੋਈ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਆ, ਕਦੇ ਬੰਦਾ ਬਣਾ ਦੇਵੇ ਦੁਬਾਰੇ ਸਾਨੂੰ ਕੋ ਸਤਨਾਮ। ਇਹ ਨਹੀਂ ਪਤਾ ਕਦੋਂ ਬਣਾਵੇ, ਇਹ ਉਹਦੀ ਮਰਜ਼ੀ ਆ। ਅੱਜ ਬਣੇ ਹੋਏ ਆ, ਅੱਜ ਹੱਥ 'ਚ ਹੈ ਸਾਡੇ ਕੰਮ। ਤੇ ਜੇ ਹੱਥੋਂ ਇਹ ਲਾਲ ਨਿਕਲ ਗਿਆ ਫਿਰ ਦੁਬਾਰਾ ਹੱਥ ਨਹੀਂ ਆਉਣਾ। ਪੌੜੀ ਛੁੜਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਦੂਜਾ ਭਾਵ ਨਾ ਦੇ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਇਸ ਕਰਕੇ ਅੱਜ ਮੌਕਾ ਹੈ, ਅੱਜ ਹੀ। ਕੱਲ ਤਾਂ ਨਾਮ ਕਾਲ ਦਾ ਹੈ, ਇਹ ਨਹੀਂ ਪਤਾ ਸ਼ਾਮ ਤੱਕ ਕੌਣ ਮਰ ਜਾਵੇ ਤੇ ਕੌਣ ਬਚੇ। ਕੋ ਸਤਨਾਮ। ਮਰਨਾ ਸਭ ਨੇ ਹੈ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਗੁਰੂ ਵਾਲੇ ਬਣਨਾ ਜ਼ਰੂਰੀ ਆ। ਭਾਵੇਂ ਅਸੀਂ ਕਿੰਨੀ ਵੀ ਕਥਾ ਕਰਦੇ ਹਾਂ, ਕਥਾ ਸੁਣਦੇ ਹਾਂ, ਕਥਾ ਵੇਖਦੇ ਹਾਂ, ਗੁਰੂ ਘਰ ਆਉਣੇ ਆ ਜਾਣੇ ਆ, ਪਰ ਜਿਹੜਾ ਇਸ ਦਾ ਮੇਨ ਪੁਆਇੰਟ ਹੈ ਗੁਰੂ ਘਰ ਆਉਣ ਦਾ, ਸਤਸੰਗ ਕਰਨ ਦਾ, ਉਹ ਹੈ ਗੁਰੂ ਵਾਲੇ ਬਣਨਾ, ਸ਼ਬਦ ਗੁਰੂ ਨਾਲ ਜੁੜਨਾ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜਾ ਕੇ ਉਹਨਾਂ ਤੋਂ ਅਮਰ ਦੀ ਦਾਤ ਲੈ ਕੇ ਕਲਾਸ ਵਿੱਚ ਦਾਖਲਾ ਲੈ ਕੇ ਪੜ੍ਹਾਈ ਸ਼ੁਰੂ ਕਰਨੀ। ਕਹੋ ਸਤਨਾਮ ਸ੍ਰੀ। ਫਿਰ ਕੋਈ ਪੇਪਰ ਸਾਡੇ ਸਹੀ ਪਾਸ ਹੋ ਸਕਦੇ ਆ, ਗੁਰੂ ਕਿਰਪਾ ਕਰਨ। ਪ੍ਰੀਤਮ ਜੀ ਕਹਿੰਦੇ ਇਸ ਕਰਕੇ ਦੇਖੋ, ਜਿਵੇਂ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੀ ਸੇਵਾ ਕਰਕੇ ਉਹ ਪਦਵੀ ਪਰਾਈ, ਔਰ ਮੈਂ ਵੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਅੱਜ ਆਹ ਪਦਵੀ ਤੇ ਬੈਠਾ ਤੁਹਾਨੂੰ ਦੱਸ ਰਿਹਾ। ਕਹੋ ਸਤਨਾਮ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸਿੱਖੋ ਹਰ ਜੀਓ ਬਖਸ਼ੇ ਬਖਸ਼ ਲਏ, ਸੁਖ ਸਦਾ ਸਰੀਰ ਹੈ। ਗੁਰ ਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰ ਹੈ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈ ਕੇ ਉਹ ਸੱਚ ਦੀ ਗਹਿਰ ਡੂੰਘੇ ਦੀ ਗੰਭੀਰ ਵਿਸ਼ਾਲ ਦੀ ਸੇਵਾ ਕਰੀ। ਹੁਣ ਉਹਦੀ ਸੇਵਾ ਕਿਵੇਂ ਕਰੀਏ? ਸੰਗਤਾਂ ਦੀ ਸੇਵਾ ਉਸੇ ਦੀ ਸੇਵਾ ਹੈ। ਕੁਦਰਤ ਦੇ ਵਿੱਚ ਉਹੀ ਵਸਦਾ ਹੈ। ਦਰਖਤਾਂ ਨੂੰ ਪਾਣੀ ਪਾਉਣਾ ਵੀ ਉਹਦੀ ਸੇਵਾ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਵੀ ਉਹਦੀ ਸੇਵਾ ਹੈ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ। ਦਰਖਤਾਂ ਨੂੰ ਪਾਣੀ ਪਾਵਾਂਗੇ, ਦਰਖਤ ਵੱਡੇ ਹੋਣਗੇ, ਸਾਨੂੰ ਆਕਸੀਜਨ ਦੇਣਗੇ, ਤਾਂ ਸਾਨੂੰ ਪਰਮੇਸ਼ਰ ਆਕਸੀਜਨ ਦੇ ਰਿਹਾ ਹੈ। ਕੋ ਸਤਨਾਮ। ਕਦੇ ਆਕਸੀਜਨ ਹਸਪਤਾਲ ਜਾ ਕੇ ਰੇਟ ਪੁੱਛਿਓ, ਐਡੇ ਵੱਡੇ ਵੱਡੇ ਬਿੱਲ ਬਣਾ ਕੇ ਫੜਾ ਦਿੰਦੇ ਆ ਵੀ ਇੰਨਾ ਚਿਰ ਆਕਸੀਜਨ ਲੱਗੀ ਆ। ਕੋ ਸਤਨਾਮ ਸ੍ਰੀ। ਜਿਹੜੀ ਸਾਨੂੰ ਫ੍ਰੀ ਦੇ ਰਿਹਾ ਹੈ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੀ ਅਗਨ ਮੈਂ ਰਾਖੈ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਲ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕਰ ਕੀ ਰਹੋ ਮਨ ਸਰਨਾ। ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਗੱਲ ਸੁਣ ਕੇ ਜੰਗਲਾਂ 'ਚ ਨਹੀਂ ਚਲੇ ਜਾਣਾ, ਪਰ ਵਿੱਚੇ ਰਹਿੰਦੇ ਗੁਰੂ ਵਾਲੇ ਵੀ ਬਣ ਕੇ ਰਹਿਣਾ। ਕਹੋ ਸਤਨਾਮ ਸ੍ਰੀ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੁਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਸੰਭਾਲੇ। ਮੇਰੇ ਪ੍ਰੀਤਮ ਜੀ ਕਹਿੰਦੇ ਆਓ ਗੁਰੂ ਦੀ ਕਿਰਪਾ ਲੈ ਕੇ ਸੇਵਾ ਵਿੱਚ ਆ ਜਾਈਏ। ਗੁਰ ਪ੍ਰਸਾਦੀ ਸੇਵ ਕਰੈ ਕਰੀ, ਸੱਚ ਗਹਿਰ ਗੰਭੀਰ ਹੈ ਮਨ ਮੇਰੇ, ਨਾਮ ਰਤੇ ਸੁਖ ਹੋਏ। ਗੁਰਮਤੀ ਨਾਮ ਸਲਾਹੀਐ, ਦੂਜਾ ਅਵਰ ਨਾ ਕੋਈ। ਹੋਰ ਕੋਈ ਗੱਲ ਨਹੀਂ ਕਰਨੀ, ਗੁਰੂ ਦੀ ਮੱਤ ਲੈ ਕੇ ਜਪੋ ਵਾਹਿਗੁਰੂ 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 ਵਾਹਿਗੁਰੂ। ਪ੍ਰੀਤਮ ਜੀ ਕਹਿੰਦੇ ਗੁਰੂ ਦੀ ਮੱਤ ਲੈ ਕੇ ਜਪੋ, ਬਸ ਹੋਰ ਕੁਛ ਨਹੀਂ ਕਰਨਾ। ਸਿੱਖਾ ਤੇਰਾ ਆਹੀ ਕੰਮ ਹੈ। ਗੁਰਮਤੀ ਨਾਮ ਸਲਾਹੀ ਹੈ, ਸੱਚ ਦੂਜਾ ਅਵਰ ਨਾ ਕੋਏ ਰਹਾਓ। ਇਹ ਤਾਂ ਹੈ ਤੁਹਾਡੀ ਗੱਲ, ਸਾਡੀ ਗੱਲ, ਸਾਰੇ ਗੁਰਮੁਖਾਂ ਦੀ ਗੱਲ। ਤੇ ਹੁਣ ਜਿਹੜਾ ਨਹੀਂ ਗੱਲ ਮੰਨਦਾ ਅੱਗੇ ਉਹਦੀ ਗੱਲ ਹੈ।
धर्म राय नो हुक्म है वह सच्चा धर्म विचार। लै मित्रा तेरी ड्यूटी आ हुण, ए जनता दा तू मालक है, तैनू मैं ड्यूटी लाउणा। किहड़ी जनता दा? दूजे भाए दुष्ट आत्मा, जेड़े गुरु वाले नहीं मनदे, गुरु की गल नहीं मनदे। कहो सतनाम श्री। जेड़े दवैत विच पए रहिंदे, भटकदे रहिंदे आ, जेड़े गुरु नाल जुड़न नूं तैयार नहीं। परमेश्वर धर्मराज नूं कहंदा वह सच्चा धर्म विचार, तू इत्थे बैठ के इन्हां दा हिसाब किताब कर। जिन्हां नूं मैं इन्नियां दातां दित्तियां, मनुखा जीवन दिता और रोजाना का 24,000 सवास दे रहा इन्हां नूं, जिंदगी दे विच नील पद पता नहीं कितने सवास असी खर्च कर लए हन ते कर लेने हन। इन्हां दा हिसाब किताब कर। चलो सिताब दीवान बुलाया, हर फरमान दरगाह का आया। क्या ता खटिया कहाँ गवाया? चलो सिताब चल खड़ा हो, टाइम हो गया तेरा बस। कहना जी 2 सवास होर, कहने बिल्कुल नहीं, एक भी नहीं मिलता, बथेरे कीमती ने है। कहो सतनाम श्री। कबीर कहता हूं कह जात हूं, कहता हूं ढोल बजाए, 3 लोग का मोल है एक सवास। 3 लोग का मोल है, सवासा बिरथा जाए। कहना जी थोड़ा समा होर दे दो। एक पटवारी बड़े हाले मामले इकट्ठे करता फिरदा ते आ गया टाइम ओहदा भी, जमलूत आ गए, कहते चल चलीए। कहते जी कित्थे जाना? मौत का टाइम आ गया, छड्डना संसार। कहना मेरा हजे कुछ हाला मामला रहिंदा इकट्ठा करने वाला। अब की रात सुराए गुजारो संसार सराए। कहते अज की रात होर कट लीए आपां। अब की रात सराए गुजारो, किछ भी खर्च तुम्हारा सारो, कुछ रिश्वत तैनू भी दे दूंगा, मैनू अज ना लैके जा। कहो सतनाम श्री। किछ भी खर्च तुम्हारा सारो, तानू विचों हिस्सा दे दूंगा। वो कहते तेरा यह कागज उत्थे नहीं चलदा गा। कहो सतनाम श्री। साडा पैसा कनेडा अमरीका नहीं चलदा, उन्हां दा इत्थे नहीं चलदा। कहो सतनाम श्री। ते यह जिहड़ा संसार दी माया दा धन है, ये किते भी नहीं चलदा परमेश्वर दे दर ते। धर्मराज नहीं ये लैंदा, वो तो कहता सवासा बटे नाम किन्ना जपिया वो दस। कहो सतनाम श्री। प्रीतम जी कहते दूजे पासे रहाओ, धर्म राय नो हुक्म है मैं सच्चा धर्म विचार। ते उस तो पहला सानू हुक्म लाउंदे ने सिखा, मन मेरे नाम रते सुख होए। आ जे तू सुख भालदा, जे सुख को तू लोड़ा बीत, सो सुख साधु संग प्रीत। जिस सेवा को जिस शोभा को करे भली करनी के दुनिया वडियाई करे, सा शोभा भज हर की सरनी। हरि दी शरण च आ जा मन मेरे, नाम रते सुख होए। गुरु दे रंग विच रंगिया जा, गुरमती नाम सलाही है दूजा अवर ना कोई। होर कोई काम नहीं, लखीर मारती बस, सिरे लाती गल। धर्म राय नो हुक्म है वह सच्चा धर्म विचार। दूजे भाए दुष्ट आत्मा, दुष्ट आत्मा जिहड़ी गुरु वाली बन नूं तैयार नहीं, जिहड़ी गुरमत अनुसार नहीं चलदी। जिन हर हिरदे नाम न बसियो, तिन मात कीजा हर बांझा। ओ लोक उन्हां दी सरकार है धर्मराज। सरकार दा हुक्म चलदा ना, इस तरह धर्मराज का हुक्म गुरमुखां ते नहीं चलता। वो तो राजे जनक नूं कहंदा जी धन्नवाद, पर तुसी इधर किधर आ गए नरकां वाले पासे, तुहाडा रास्ता उधर दी है। कहो सतनाम। कहंदे मैं तो वैसे ही आ गया, आ बिलकी क्यों जांदे आ? कहंदे इन्हां ने चंगे काम नहीं कीते, सजा दित्ती हुई आ। कहंदे छड़ दे सारे। कहो सतनाम श्री। कहंदे ऐ किवें छड़ दियां यार, मेरी भी नौकरी है, ड्यूटी है। कहंदे छड्डने ही पैणे आ, क्योंकि भगतां नूं दया आ जाती है। कहने छड्डने ही पैणे आ। कहन लग्या मैं हुण किवें छड्डां? कहंदे मालक नूं पुछ ला। मालक नूं पुछिया जी तुहाडा क भगत जाना? कहना छड्ड दे सारे। कहंदे छड्ड दे भाई, मेरी बंदी भगत छड़ावे, बंद भगत न छूटे मोहे, गुरु कृपा करन साडे ते। प्रीतम जी कहंदे धर्म राय नूं हुक्म है मैं सच्चा धर्म विचार। दूजे भाए दुष्ट आत्मा, वो तेरी सरकार है, तेरी जनता है।
अध्यात्मी हर गुण तास, मन जप है एक मुरार, तू इन्हां ते हुक्म चला। पर याद रखी ਜਿਹੜੇ ਅਧਿਆਤਮ ਦੇ ਵਿੱਚ ਪ੍ਰਵਿਰਤ ਹਨ, ਨਾਮ ਜਪਦੇ ਐ, ਹਰੀ ਦੇ ਗੁਣਾਂ ਦਾ ਖਜ਼ਾਨਾ ਜਿਹੜੇ ਆਪਣੇ ਮਨ ਵਿੱਚ ਇਕੱਠਾ ਕਰਦੇ ਨੇ। ਜਪ ਹੈ ਏਕ ਮੁਰਾਰ, ਜਿਹੜੇ ਇੱਕ ਨੂੰ ਜਪਦੇ ਐ ਉਹਨਾਂ ਨੂੰ ਕੁਛ ਨਹੀਂ ਕਹਿਣਾਗਾ। ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨਹਾਰ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ। ਨਿਕਟ ਨ ਜਾਇਓ ਦੂਤ, ਪਰਮੇਸ਼ਰ ਦਾ ਹੁਕਮ ਹੈ, ਉਹਨਾਂ ਨੂੰ ਕੁਛ ਨਹੀਂ ਕਹਿਣਾ। ਤੇਰਾ ਹੁਕਮ ਕੇਵਲ ਇਹਨਾਂ ਨਾਰਕੀ ਜੀਵਾਂ ਤੇ ਚੱਲੂਗਾ ਜਿਹੜੇ ਚੱਜ ਦੇ ਕੰਮ ਨਹੀਂ ਕਰਦੇ, ਜਿਹੜੇ ਗੁਰੂ ਵਾਲੇ ਨਹੀਂ ਬਣਦੇ। ਹੁਣ ਸੋਚ ਲਓ ਮਾੜਾ ਜਿਹਾ, ਜਿਹੜਾ ਹਜੇ ਗੁਰੂ ਵਾਲਾ ਨਹੀਂ ਬਣਿਆ, ਕਿੰਨੀ ਲੋੜ ਹੈ ਗੁਰੂ ਵਾਲੇ ਬਣਨ ਦੀ। ਕੋ ਸਤਨਾਮ ਸ੍ਰੀ, ਕਿੰਨਾ ਜ਼ਰੂਰੀ ਹੈ ਗੁਰੂ ਵਾਲੇ ਬਣਨਾ। ਮਨ ਕੇ ਵਿਕਾਰ ਮਨ ਹੈ ਤਜੈ, ਮਨ ਚੁੱਕੈ ਮੋਹ ਅਭਿਮਾਨ। ਆਓ ਸਿੱਖੋ, ਮਨ ਦੇ ਵਿਕਾਰਾਂ ਨੂੰ ਮਨ ਵਿੱਚੋਂ ਕੱਢ ਦਈਏ, ਮੋਹ ਹੰਕਾਰ ਆਦਿ ਛੱਡ ਦਈਏ। ਆਤਮ ਰਾਮ ਪਛਾਣਿਆ, ਆਪਣੇ ਆਪ ਨੂੰ ਪਛਾਣੀਏ, ਆਪਾਂ ਕੌਣ ਆ, ਕਿੱਥੋਂ ਆਏ ਆ, ਕੀ ਲੈਣ ਆਏ ਆ। ਨਹੀਂ ਪਤਾ ਤਾਂ ਪਾਤਸ਼ਾਹ ਨੂੰ ਪੁੱਛ ਲਓ। ਉਹ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਾ ਅਣ ਲਾਲਚ, ਬਿਰਥਾ ਜਨ ਪ੍ਰਾਣੀ। ਪ੍ਰਾਣੀ ਤੋਂ ਆਇਓ ਲਾਹਾ ਲੈਣ, ਆ ਕੰਮ ਆਏ ਆ। ਆਤਮ ਰਾਮ ਪਛਾਣਿਆ, ਸਹਿਜੇ ਨਾਮ ਸਮਾਨ। ਇਸ ਗੱਲ ਦੀ ਸਮਝ ਨਹੀਂ ਆਉਣੀ, ਬਿਨ ਸਤਿਗੁਰ ਮੁਕਤ ਨਾ ਪਾਈਐ। ਮਨਮੁਖ ਫਿਰੇ ਦੀਵਾਨ, ਦੀਵਾਨ ਦਾ ਭਾਵ ਕਮਲਾ। ਦੀਵਾਨ ਦੇ ਬਹੁਤ ਅਰਥ ਹੋਣਗੇ। ਦੀਵਾਨਾ, ਦੀਵਾਨ ਕਹਿੰਦੇ ਹੈ ਮਨਮੁਖ ਨੂੰ, ਕਮਲੇ ਨੂੰ ਕਹਿੰਦੇ ਮਨਮੁਖ ਕਮਲਿਆਂ ਦੀ ਨਿਆਈ ਭਟਕਦਾ ਫਿਰਦਾ ਹੈ, ਕਿਉਂਕਿ ਉਹ ਗੁਰੂ ਵਾਲਾ ਨਹੀਂ ਬਣਦਾ। ਕੋ ਸਤਨਾਮ ਸ੍ਰੀ, ਬਿਨ ਸਤਿਗੁਰ ਮੁਕਤ ਨਾ ਪਾਈਐ, ਮਨਮੁਖ ਫਿਰਿਆ ਦੀਵਾਨ। ਮਾਨਾ ਗੱਲ ਕੀ ਹੈ? ਕਹਿੰਦੇ ਸ਼ਬਦ ਨਾ ਚੀਨਾ, ਗੱਲਾਂ ਤਾਂ ਬਹੁਤ ਮਾਰਦਾ ਹੈ, ਪਰ ਸ਼ਬਦ ਨੂੰ ਸਮਝਦਾ ਨਹੀਂ, ਹਿਰਦੇ ਵਿੱਚ ਨਹੀਂ ਵਸਾਉਂਦਾ। ਕੋ ਸਤਨਾਮ ਸ੍ਰੀ। ਕੱਲ ਸ਼ਾਮ ਨੂੰ ਇੱਕ ਸਾਖੀ ਪੜ੍ਹ ਰਹੇ ਸੀਗੇ, ਇੱਕ ਮਾਤਾ ਪਿਤਾ ਨੇ ਆ ਕੇ 10ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਾਡਾ ਪੁੱਤਰ ਬੜਾ ਹੀ ਨਿਰਮੋਹੀ ਹੋ ਗਿਆ, ਵਿਆਹ ਕਰਤਾ ਹੈ, ਘਰ ਵਾਲੀ ਦਾ ਵੀ ਕੋਈ ਖਿਆਲ ਨਹੀਂ ਕਰਦਾ, ਫਿਕਰ ਨਹੀਂ ਕਰਦਾ। ਸਾਨੂੰ ਕਹਿੰਦਾ ਜਦੋਂ ਗੱਲ ਕਰਦਾ ਮੈਂ ਸਾਧ ਬਣ ਜਾਊਂਗਾ, ਮੈਂ ਫਕੀਰ ਬਣ ਜਾਊਂਗਾ। ਪਾਤਸ਼ਾਹ ਕਹਿੰਦੇ ਲੈ ਕੇ ਆਓ ਉਸ ਨੂੰ ਮੇਰੇ ਕੋਲ। ਪਾਤਸ਼ਾਹ ਨੇ ਲਿਆਂਦਾ ਪਾਤਸ਼ਾਹ ਜੀ ਦੇ ਕੋਲ। ਪਾਤਸ਼ਾਹ ਕਹਿੰਦੇ ਕੀ ਗੱਲ ਵੀ ਪੁੱਤਰ ਤੇਰੇ ਮਾਂ ਪਿਓ ਆ ਗੱਲ ਕਹਿੰਦੇ ਆ, ਕਿਹਦਾ ਸਿੱਖ ਹੈ ਤੂੰ? ਕਹਿੰਦਾ ਤੁਸੀਂ ਸਭ ਜਾਣਦੇ ਹੋ ਮੈਂ ਤੁਹਾਡਾ ਹੀ ਸਿੱਖ ਹਾਂ। ਕਹਿੰਦੇ ਫਿਰ ਤੇਰੇ ਅੰਦਰੇ ਦੁਨੀਆ ਦਾ ਬਰਾਕ ਕਿਵੇਂ ਪੈਦਾ ਹੋ ਗਿਆ? ਕਹਿੰਦਾ ਮਹਾਰਾਜ ਤੁਹਾਡੀ ਬਾਣੀ ਪੜ੍ਹੀ ਸੀ, ਆਨੰਦ ਸਾਹਿਬ ਦਾ ਸ਼ਬਦ ਪੜ੍ਹਿਆ ਸੀ, ਇਹ ਮਨ ਪੇਰਿਆ ਤੂੰ ਸਦਾ ਸਤ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ। ਜਦ ਮੈਂ ਸ਼ਬਦ ਪੜ੍ਹਿਆ ਮਹਾਰਾਜ ਤੇ ਮੈਂ ਤਾਂ ਫਿਰ ਵਸਾ ਲਿਆ ਵੀ ਮਨਾ ਇਹ ਕੋਈ ਕਿਸੇ ਦੇ ਨਾਲ ਜਾਣ ਵਾਲਾ ਨਹੀਂ। ਕਹੋ ਸਤਨਾਮ ਸ੍ਰੀ। ਜਦੋਂ ਪਾਤਸ਼ਾਹ ਨੂੰ ਇੱਦਾਂ ਦੀਆਂ ਗੱਲਾਂ ਸੁਣਾਈਆਂ ਉਸਨੇ ਗਿਆਨ ਦੀਆਂ ਜੋ ਉਸ ਨੂੰ ਪ੍ਰਾਪਤ ਹੋਇਆ ਸੀ, ਪਾਤਸ਼ਾਹ ਕਹਿੰਦੇ ਸਿੱਖਾ ਬੱਚਾ ਤਾਂ ਤੇਰਾ ਠੀਕ ਹੈ। ਕਹੋ ਸਤਨਾਮ, ਸਿੱਧੇ ਰਸਤੇ ਜਾ ਰਿਹਾ ਹੈ, ਸਹੀ ਰਸਤੇ ਜਾ ਰਿਹਾ ਹੈ ਤੇ ਗੁਰੂ ਨੇ ਕਿਰਪਾ ਕਰਤੀ ਆ। ਤੇ ਜੀ ਤੇ ਨਹੀਂ ਕਿਰਪਾ ਕੀਤੀ, ਕਿਤੇ ਨਹੀਂ ਕੀਤੀ ਜਿਨ੍ਹਾਂ ਨੇ ਸ਼ਬਦ ਨੂੰ ਵਿਚਾਰਿਆ ਨਹੀਂ। ਕਹੋ ਸਤਨਾਮ ਸ੍ਰੀ। ਖੈਰ ਪਾਤਸ਼ਾਹ ਨੇ ਅੱਜ ਅੱਧੀ ਸਾਖੀ ਅੱਜ ਪੜਾਂਗੇ ਸ਼ਾਮ ਨੂੰ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਪੁੱਤਰ ਆ ਮੈਂ ਤੈਨੂੰ ਦੱਸਦਾ ਕਿ ਫਕੀਰੀ ਕਿਵੇਂ ਹੋਵੇਗੀ ਤੇ ਗ੍ਰਸਤੀ ਜੀਵਨ ਕਿਵੇਂ ਨਿਭੇਗਾ। ਜਿਹੜਾ ਤੈਨੂੰ ਸੌਖਾ ਲੱਗਦਾ ਉਹ ਨਿਭਾ ਲੈ ਹੁਣ। ਕਹੋ ਸਤਨਾਮ ਸ੍ਰੀ। ਤੇ ਪਾਤਸ਼ਾਹ ਕਿਵੇਂ ਦੱਸਦੇ ਆ? ਜਿਵੇਂ ਬਾਬਾ ਫਰੀਦ ਜੀ ਕਹਿੰਦੇ ਆ, ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਜੇ ਗ੍ਰਸਤੀ ਬਣਨਾ ਤੇ ਗ੍ਰਸਤੀ ਬਣ ਕੇ ਧਰਮ ਕਰਮ ਕਰ, ਜੇ ਸਾਧ ਬਣਨਾ ਹੈ ਤੇ ਫਿਰ ਤੂੰ ਛੱਡ ਦੇ ਇਸ ਪਾਸੇ ਨੂੰ, ਵੈਰਾਗੀ ਹੋ ਜਾ, ਪਰਮੇਸ਼ਰ ਨਾਲ ਜੁੜ ਜਾ। ਪਰ ਗੱਲ ਸੁਣ ਲਾ, ਜੇ ਤੂੰ ਸਾਧ ਬਣ ਕੇ ਗ੍ਰਸਤੀਆਂ ਵਾਂਗੂ ਸਮਾਨ ਇਕੱਠਾ ਕਰਨ ਲੱਗ ਪਿਆ ਫਿਰ ਤੇਰੇ ਬਹੁਤ ਮਾੜੇ ਭਾਗ ਹੋਣਗੇ। ਕਹੋ ਸਤਨਾਮ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਭਾਗ। ਆਖਰੀ ਪੰਕਤੀਆਂ ਵਿੱਚ ਪ੍ਰੀਤਮ ਜੀ ਕਹਿੰਦੇ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ। ਗੱਲਾਂ ਬਹੁਤ ਮਾਰਦਾ ਪਰ ਸ਼ਬਦ ਨੂੰ ਵਿਚਾਰਦਾ ਨਹੀਂ। ਵਿਖਿਆ ਮਾਹੇ ਸਮਾਨ ਤਾਂ ਸਮਝੋ ਇਹ ਜ਼ਹਿਰੀਲਾ ਜੀਵਨ ਬਤੀਤ ਕਰ ਰਿਹਾ। ਸਭ ਕਿਛ ਆਪੇ ਆਪ ਹੈ, ਦੂਜਾ ਅਵਰ ਨਾ ਕੋਏ। ਅਖੀਰ ਤੇ ਸਤਿਗੁਰੂ ਸਾਡੇ ਵਾਸਤੇ ਬੇਨਤੀ ਕਰਦੇ ਨੇ, ਮਾਰਾ ਹਰ ਥਾਂ ਤੇ ਤੂੰ ਹੀ ਵਰਤਦਾ ਹੈ।
ज्यों बुलाए त्यों बोली है, ज्यों आप बुलाए सोए। ये तू ही बुलाना, जिवें बुलाना उवें बोलदे आ। गुरमुख बाणी ब्रह्म है, शब्द मिलावा होए। गुरमुखां विच तू ब्रह्म ज्ञान पैदा कर दिना, वो शब्द नाल जुड़ के ब्रह्म दीयां गल्लां करदे है। ते तू मनमुखां ते भी किरपा कर देना, जगत जलंदा रख ले अपनी किरपा धार। क्यों गुरु तां फिर सब नूं बख्शदा ना, सतगुर सबना दा भला मनाएगा। जे तू गुरमुखां दे अंदर ब्रह्म ज्ञान दिता है तो इन्हां मनमुखां नूं भी तार देना। जगत जलंदा रख ले अपनी किरपा धार, जित द्वारे उभरै तितै लेहो भार। ते हुक्म आया इन्हां नूं कह शब्द नाल जुड़न। सतगुर सुख विखालिया सच्चा शब्द विचार, नानक अवर न सोझी हर बिन बख्शनहार। आखिरी पंक्ति विच बाबा जी कहंदे महाराज सब कुछ तू ही है। शुरू भी इत्थों कीता सीगा, हर जी सच्चा सच तो सब कुछ तेरा चीरा है। लख 84 तरस दे फिरै बिन गुर भेटै पीरै। अखीर ते भी उही गल फिर कहंदे है, सारे थावां ते तू ही वरतना। प्रीतम जी कहंदे सब किछ आपे आप है, दूजा अवर न कोए। ज्यों बुलाए त्यों बोलीए, जां आप बुलाए सोए। गुरमुख बाणी ब्रह्म है, शब्द मिलावा होए। ते फिर दूजियां नूं भी गुरु प्यार नाल कहंदे आ, नानक नाम संभाल तू, जित सेविया सुख होए। सिखा तू भी नाम नाल जुड़ जा, तेरा भी उधार हो जाऊगा। जिवें गुरमुखां दा होया है, जिवें भगतां दा होया। इन्हां विचारां नूं इत्थे रोकदे आ। शब्द संपूर्ण होया। अगले शब्द की विचार गुरु कृपा सदका फिर करांगे। इत्थे रोकण दी आग्या बख्शो। बोलदियां नेकां अखर बाद घाट हो जांदे। सिख संगतां ते सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा। रामकली महला तीजा आनंद एक ओंकार।